ਪੰਜਾਬ ਵਿੱਚ ਅੱਜਕੱਲ੍ਹ ਖੇਤੀ ਦੇ ਮੁੱਦੇ ਪੂਰੀ ਤਰ੍ਹਾਂ ਭਖੇ ਨੇ। ਕਿਤੇ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਚੱਲ ਰਿਹਾ, ਉਹ ਨਾਲ ਦੀ ਨਾਲ ਇੱਕ ਵੱਡਾ ਮੁੱਦਾ ਪਰਾਲੀ ਦਾ ਹੈ। ਪਰਾਲੀ ਨਾ ਸਾੜੀ ਜਾਵੇ। ਪੰਜਾਬ ਸਰਕਾਰ, ਭਾਰਤ ਸਰਕਾਰ ਸਾਰੇ ਇਹ ਅਪੀਲਾਂ ਦਲੀਲਾਂ ਕਰ ਰਹੇ ਨੇ, ਪਰ ਪਰਾਲੀ ਸਾੜਨ ਦੀ ਗੱਲ ਜਿਹੜੀ ਹੈ ਪੰਜਾਬ 'ਚ ਖਤਮ ਨਹੀਂ ਹੋ ਰਹੀ। ਔਰ ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬ ਖੇਤੀਬਾੜੀ ਵਿਭਾਗ ਦੇ ਨਵ ਨਿਯੁਕਤ ਡਾਇਰੈਕਟਰ ਰਾਜੇਸ਼ ਵਸਿਸ਼ਟ ਜੀ। ਰਾਜੇਸ਼ ਵਸਿਸ਼ਟ ਜੀ ਅੱਜ ਪਹਿਲੀ ਵਾਰੀ ਕਿਸੇ ਚੈਨਲ ਤੇ, ਨਿਊਜ਼ ਚੈਨਲ ਤੇ ਇੰਟਰਵਿਊ ਦੇਣ ਰਹੇ ਨੇ, ਔਰ PTC ਚੈਨਲ ਇਹਨਾਂ ਨੂੰ ਪਹਿਲੀ ਵਾਰੀ ਇੰਟਰਵਿਊ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੇਗਾ ਵੀ ਖੇਤੀਬਾੜੀ ਵਿਭਾਗ ਕੀ ਕਰ ਰਿਹਾ। ਸਭ ਤੋਂ ਪਹਿਲਾਂ ਤਾਂ ਵਸਿਸ਼ਟ ਸਾਹਿਬ ਤੁਹਾਡਾ ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਅਤੇ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਮੈਂ ਬਤੌਰ ਡਾਇਰੈਕਟਰ ਐਗਰੀਕਲਚਰ 8 ਅਕਤੂਬਰ ਨੂੰ ਜੁਆਇਨ ਕੀਤਾ ਹੈ। ਅਤੇ ਇਹ ਜਿਹੜਾ ਤੁਸੀਂ ਪਰਾਲੀ ਦਾ ਮੁੱਦਾ ਚੁਣਿਆ ਹੈ, ਹਾਂ, ਮੈਂ ਸਵਾਲ ਤਾਂ ਹੀ ਹੁੰਦਾ। ਪਹਿਲੀ ਗੱਲ ਤਾਂ ਅਸੀਂ ਕਾਮਨਾ ਕਰਦੇ ਵੀ ਤੁਸੀਂ ਆਪਣੇ ਜ਼ਿੰਮੇਵਾਰੀਆਂ ਪੂਰੀ ਬਾਖੂਬੀ ਨਿਭਾਓ, ਪੰਜਾਬ ਨੂੰ ਹੋਰ ਬਿਹਤਰ ਢੰਗ 'ਚ ਲੈ ਕੇ ਜਾਓ। ਪਰਾਲੀ ਵਸਿਸ਼ਟ ਸਾਹਿਬ, ਤੁਸੀਂ ਡਾਇਰੈਕਟਰ ਬਣੇ ਦੇ ਨਵੇਂ ਬਹੁਤ ਵੱਡਾ ਅਹੁਦਾ ਲਿਆ। ਪਰਾਲੀ ਤੁਹਾਡੇ ਅੱਗੇ ਬਹੁਤ ਵੱਡੀ ਚੁਣੌਤੀ ਹੈ। ਅੱਜ ਵੀ ਪੰਜਾਬ ਵਿੱਚ ਪਰਾਲੀ ਦੇ ਧੂੰਏਂ ਉੱਠ ਰਹੇ ਨੇ, ਕਿਉਂ ਨਹੀਂ ਖਤਮ ਹੋ ਰਹੇ? ਪਰਾਲੀ ਦਾ ਜਿਹੜਾ ਇਸ਼ੂ ਹੈ ਸਭ ਤੋਂ ਵੱਡਾ, ਇਸ ਸਮੇਂ ਅਗਰ ਅਸੀਂ ਪਿਛਲੇ ਸਾਲ ਨਾਲੋਂ ਦੇਖੀਏ, ਅੱਗਾਂ ਦੇ ਇੰਸੀਡੈਂਟਸ ਕਾਫੀ ਵੱਧ ਗਏ ਹਨ। 11 ਅਕਤੂਬਰ ਤੱਕ ਦਾ ਅਸੀਂ ਦੇਖੀਏ ਸਮਾਂ ਜਿਹੜਾ ਹੈ, ਉਹ 21 ਸਤੰਬਰ ਤੋਂ ਲੈ ਕੇ 11 ਅਕਤੂਬਰ ਤੱਕ ਲਗਭਗ 2500 ਫਾਇਰ ਇੰਸੀਡੈਂਟਸ ਜਿਹੜੇ ਹੈ ਉਹ ਮਤਲਬ ਇਸ ਟਾਈਮ ਨੋਟਿਸ ਕੀਤੇ ਗਏ ਹਨ, ਜਦ ਕਿ ਇਹੀ ਪਿਛਲੇ ਸਾਲ ਕਾਫੀ ਘੱਟ ਸੀ, 450 ਜਾਂ 475 ਦੇ ਕਰੀਬ, 475 ਦੇ ਕਰੀਬ ਸੀਗੇ। ਪਰ ਇਹਦਾ ਇੱਕ ਸਭ ਤੋਂ ਵੱਡਾ ਇਸ਼ੂ ਜਿਹੜਾ ਮੈਨੂੰ ਇਹ ਲੱਗ ਰਿਹਾ ਹੈ ਵੀ ਸਾਡੀ ਇਸ ਵਾਰੀ ਥੋੜ੍ਹੀ ਜਿਹੀ ਲੇਬਰ ਸ਼ਾਰਟੇਜ, ਜਿਹੜੀ ਕੋਵਿਡ ਮਹਾਮਾਰੀ ਆਈ, ਉਹਦੇ ਕਰਕੇ ਲੇਬਰ ਸ਼ਾਰਟੇਜ ਜਿਹੜੀ ਹੈ ਉਹ ਕਾਫੀ ਸੀ। ਅਤੇ ਜਿਹੜਾ ਅਸੀਂ ਅੰਡਰ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬਸੋਇਲ ਵਾਟਰ ਐਕਟ, ਜਿਹੜੀ ਟਰਾਂਸਪਲਾਂਟੇਸ਼ਨ ਡੇਟ ਹੈ ਝੋਨੇ ਦੀ ਜਿਹੜੀ ਹੈ, ਉਹ ਅਸੀਂ ਪ੍ਰੀਪੋਨ ਕਰਤੀ ਸੀ, ਉਹਨੂੰ ਪਹਿਲੇ ਲੈ ਗਏ ਸੀ। ਔਰ 10 ਜੂਨ ਤੋਂ ਜਿਹੜੀ ਹੈ ਸਾਡਾ ਝੋਨੇ ਦੀ ਬਿਜਾਈ ਹੋਈ ਹੈ। ਲਾਸਟ ਈਅਰ 20 ਜੂਨ, ਪਿਛਲੇ ਜਿਹੜਾ ਹੈ ਉਹ 13 ਜੂਨ ਸੀ, ਅਤੇ ਉਸ ਤੋਂ ਪਿਛਲੇ ਸਾਲ 2018 ਦੇ ਵਿੱਚ ਇਹ 20 ਜੂਨ ਸੀ। ਇਹਦਾ ਮਕਸਦ ਤਾਂ ਪਾਣੀ ਬਚਾਉਣਾ ਸੀ, ਅਤੇ ਪਰ ਇਸ ਵਾਰੀ ਜਿਹੜੀ ਹੈ ਲੇਬਰ ਸ਼ਾਰਟੇਜ ਕਰਕੇ ਇਹਨੂੰ ਸਾਨੂੰ 10 ਜੂਨ ਕਰਨਾ ਪਿਆ, ਅਤੇ ਉਹਦੇ ਕਰਕੇ ਝੋਨੇ ਦੀ ਜਿਹੜੀ ਬਿਜਾਈ ਹੈ ਉਹ ਅਗੇਤੀ ਹੋ ਗਈ ਸੀ। ਔਰ ਅਗਰ ਤੁਸੀਂ ਮੰਡੀਆਂ ਦੇ ਵਿੱਚ ਟ੍ਰੈਂਡ ਦੇਖੋ, ਜਿਹੜੀ ਅਰਾਈਵਲਸ ਹੋ ਰਹੀ ਹੈ, ਅਤੇ 3 ਤੋਂ 4 ਗੁਣਾ ਪਿਛਲੇ ਸਾਲ ਨਾਲੋਂ ਅਰਾਈਵਲ ਜ਼ਿਆਦਾ ਹੈ। ਅਤੇ ਤੁਸੀਂ ਅਗਰ ਆਪਾਂ ਇਹਨੂੰ ਕੰਪੇਅਰ ਕਰਦੇ ਹਾਂ ਵੀ ਪਿਛਲੇ ਸਾਲ ਕਿੰਨੀਆਂ ਅੱਗਾਂ ਲੱਗੀਆਂ ਸੀ ਅਤੇ ਇਸ ਸਾਲ ਫਾਇਰ ਇੰਸੀਡੈਂਟਸ ਕਿੰਨੇ ਹੈ, ਉਹ ਇੱਕ ਕੰਪੇਰੇਬਲ ਜਿਹੜੀ ਹੈ ਫਿਗਰ ਨਹੀਂ ਹੋਏਗੀ, ਕਿਉਂਕਿ ਝੋਨੇ ਦਾ ਜਿਹੜਾ ਟਾਈਮ ਹੈ ਹਾਰਵੈਸਟਿੰਗ ਦਾ, ਉਹ ਪ੍ਰੀਪੋਨ ਹੋ ਗਿਆ ਇੱਕ ਤਰ੍ਹਾਂ ਦਾ, ਬਿਕੋਜ਼ ਉਹਦੀ ਜਿਹੜੀ ਹੈ ਬਿਜਾਈ ਵੀ ਪ੍ਰੀਪੋਨ ਹੋ ਗਈ ਸੀ ਜਾਂ ਟਰਾਂਸਪਲਾਂਟੇਸ਼ਨ ਪ੍ਰੀਪੋਨ ਹੋ ਗਈ ਸੀ। ਅਤੇ ਇਸ ਕਰਕੇ ਥੋੜ੍ਹੇ ਜਿਹੇ ਫਾਇਰ ਇੰਸੀਡੈਂਟਸ ਕਾਫੀ ਵਧੇ ਹਨ। ਅਤੇ ਮੈਂ ਤਾਂ ਇਹ ਸੋਚਦਾ ਵੀ ਕੋਵਿਡ-19 ਆਪਣੇ ਪੂਰੇ ਪੀਕ 'ਤੇ ਇਸ ਸਮੇਂ, ਔਰ ਅਗਰ ਪਰਾਲੀ ਨੂੰ ਅੱਗ ਲੱਗ ਰਹੀ ਹੈ ਤਾਂ ਇਹ ਕਾਫੀ ਜਿਹੜੀ ਹੈ ਨੁਕਸਾਨਦਾਇਕ ਹੋ ਸਕਦੀ ਹੈ। ਵਾਤਾਵਰਣ ਤਾਂ ਸਾਡਾ ਖਰਾਬ ਹੁੰਦਾ ਹੀ ਹੈ, ਇਹ ਮਨੁੱਖੀ ਅਤੇ ਜਾਨਵਰਾਂ ਦੀ ਜਿਹੜੀ ਹੈ ਸਿਹਤ ਲਈ ਵੀ ਮਾੜੀ ਹੈ, ਅਤੇ ਸਾਡੀ ਜਿਹੜੀ ਮਿੱਟੀ ਦੀ ਸਿਹਤ ਹੈ ਉਹਦੇ ਲਈ ਵੀ ਮਾੜੀ ਹੈ। ਔਰ ਇਹ ਅੱਗਾਂ ਰੋਕਣ ਲਈ ਜਿਹੜਾ ਵਿਭਾਗ ਹੈ ਉਹ ਪੂਰੀ ਤਰ੍ਹਾਂ ਵਚਨਬੱਧ ਹੈ। ਔਰ ਆਪਾਂ ਉੱਥੇ ਹੀ ਆਉਂਦੇ, ਵਚਨਬੱਧਤਾ ਦੇ ਆਉਂਦੇ। ਕਈ ਸਾਲਾਂ ਤੋਂ ਤੁਸੀਂ ਕਿਸਾਨਾਂ ਨੂੰ ਅਵੇਅਰ ਕਰਦੇ ਆ ਰਿਹਾ, ਖੇਤੀਬਾੜੀ ਡਿਪਾਰਟਮੈਂਟ, ਹੋਰ ਕਈ ਵਿਭਾਗ, ਪੰਜਾਬ ਸਰਕਾਰ, ਕਿਉਂ ਨਹੀਂ ਕਿਸਾਨ ਮੰਨਦੇ? ਕਿਸਾਨਾਂ ਨੂੰ ਸਮਝ ਨਹੀਂ ਆਉਂਦੀ ਜਾਂ ਉਹਨਾਂ ਦੀ ਕੋਈ ਪ੍ਰੋਬਲਮ ਹੈ? ਦੇਖੋ, ਇਸ ਦੇ ਵਿੱਚ ਸਭ ਤੋਂ ਵੱਡਾ ਇਸ਼ੂ ਜਿਹੜਾ ਕਿਸਾਨਾਂ ਦਾ, ਇੱਕ ਤਾਂ ਸਭ ਤੋਂ ਪਹਿਲਾਂ ਹੈ ਮਾਈਂਡਸੈਟ, ਕਿਉਂਕਿ ਜਿਹੜਾ ਇੱਕ ਟ੍ਰੈਂਡ ਜਾਂ ਜਿਹੜਾ ਇੱਕ ਈਜ਼ ਆਫ ਆਪਰੇਸ਼ਨ ਨਜ਼ਰ ਆਉਂਦੀ ਹੈ, ਉਹ ਈਜ਼ ਆਫ ਆਪਰੇਸ਼ਨ ਵੱਲ ਹੀ ਬੰਦਾ ਜਾਂਦਾ। ਇਹ ਹਿਊਮਨ ਟੈਂਡੈਂਸੀ ਹੈ, ਆਦਮੀ ਦੀ ਇੱਕ ਫਿਤਰਤ ਹੈ ਕਿ ਜਿਹੜਾ ਕੰਮ ਸੌਖਾ ਲੱਗਦਾ ਹੈ, ਤੀਲੀ ਲਾਣਾ ਉਹਨਾਂ ਨੂੰ ਸੌਖਾ ਲੱਗਦਾ, ਉਹ ਲਾਈ ਅਤੇ ਆਪਣਾ ਪਰਾਲੀ ਜਿਹੜੀ ਹੈ ਉਹ ਜਲ ਗਈ। ਜਿਹੜੀਆਂ ਬਾਕੀ ਆਪਰੇਸ਼ਨਸ ਹੈ, ਉਹਦੇ ਫਾਇਦੇ ਜਾਂ ਨੁਕਸਾਨ, ਇਹ ਜਦ ਤੱਕ ਪੂਰੀ ਤਰ੍ਹਾਂ ਕਿਸਾਨਾਂ ਕੋਲ ਪਹੁੰਚ ਨਹੀਂ ਜਾਂਦੇ, ਪੂਰੀ ਤਰ੍ਹਾਂ ਟੈਸਟ ਨਹੀਂ ਹੋ ਜਾਂਦੇ, ਉਹਨਾਂ ਦੇ ਮਾਈਂਡਸੈਟ ਉਹਦੇ 'ਤੇ ਪੂਰੀ ਤਰ੍ਹਾਂ ਬਣ ਨਹੀਂ ਜਾਂਦਾ, ਤਾਂ ਤੱਕ ਇਹ ਜਿਹੜਾ ਟ੍ਰੈਂਡ ਹੈ, ਇਹ ਜਿਹਨੂੰ ਕਹਿੰਦੇ ਕਿ ਆਪਣੀ ਮੌਤ ਆਪੇ ਮਰੇਗਾ, ਅੱਗ ਲਾਉਣ ਵਾਲਾ। ਮਸ਼ੀਨਰੀ ਕਿੰਨੀ ਕੁ ਮਹਿੰਗੀ ਪੈਂਦੀ? ਸਬਸਿਡੀ ਦੇਣ ਦੇ ਬਾਵਜੂਦ ਕੀ ਆਮ ਕਿਸਾਨ ਜਿਹੜਾ ਆ ਇਹਦੀ ਪਰਚੇਜ ਕਰ ਸਕਦਾ? ਦੇਖੋ, ਅਸੀਂ 2 ਤਰੀਕੇ ਨਾਲ ਮਸ਼ੀਨਰੀ ਦੇ ਰਹੇ ਹਾਂ। ਜਿਹੜੇ ਇੰਡੀਵਿਜੂਅਲ ਕਿਸਾਨ ਹੈ ਉਹਨਾਂ ਨੂੰ ਵੀ ਮਸ਼ੀਨਰੀ ਦਿੱਤੀ ਜਾ ਰਹੀ ਹੈ,
ਕਿਉਂਕਿ ਕਈ ਕਿਸਾਨ ਕਹਿੰਦੇ ਵੀ ਮੈਨੂੰ ਇੰਡੀਵਿਜੂਅਲ ਮਸ਼ੀਨਰੀ ਹੀ ਚਾਹੀਦੀ ਹੈ। ਤੇ ਦੂਸਰੇ ਪਾਸੇ ਸਾਡੇ ਕੋਲ ਕਿਸਾਨਾਂ ਦੇ ਗਰੁੱਪ ਬਣਾ ਕੇ ਜਾਂ ਫਿਰ ਅਸੀਂ ਸੈਲਫ ਹੈਲਪ ਗਰੁੱਪ ਜਿਨ੍ਹਾਂ ਨੂੰ ਕਸਟਮ ਹਾਇਰਿੰਗ ਸੈਂਟਰਸ ਕਹਿ ਲਓ ਤੁਸੀਂ, ਵੀ ਐਂਟਰਪ੍ਰੈਨਿਓਰਸ ਇੱਕ ਆ ਗਏ ਤੇ ਉਹਨਾਂ ਨੇ ਕਸਟਮ ਹਾਇਰਿੰਗ ਸੈਂਟਰ ਬਣਾ ਲਏ। ਤੇ ਇਹ ਦੋ ਤਰੀਕੇ ਨਾਲ ਮਸ਼ੀਨਰੀ ਜਿਹੜੀ ਹੈ ਉਹ ਮੁਹੱਈਆ ਕਰਵਾਈ ਜਾ ਰਹੀ ਹੈ। ਜਿਹੜੇ ਕਿ ਮਸ਼ੀਨਰੀ ਨੂੰ ਅਫੋਰਡ ਨਹੀਂ ਕਰ ਸਕਦੇ ਤਾਂ ਉਹ ਕਿਰਾਏ ਤੇ ਜਿਹੜੇ ਆਪਣੇ ਮਸ਼ੀਨਰੀ ਲੈ ਸਕਦੇ ਆ। ਤੇ ਅਸੀਂ ਇੱਕ ਆਰਡਰ, ਕਿਰਾਇਆ ਕਿੰਨਾ ਕੁ ਉਹ ਵਿੱਤੀ ਬੋਝ ਪੈਂਦਾ ਹੁੰਦਾ? ਦੇਖੋ ਵਿੱਤੀ ਬੋਝ ਦਾ ਇਹ ਹੈ ਕਿ ਇੱਕ ਤਾਂ ਆਪਰੇਸ਼ਨਲ ਕਾਸਟ ਹੈ ਉਹਦੀ, ਆਪਰੇਸ਼ਨਲ ਕਾਸਟ ਜਿਹੜਾ ਡੀਜ਼ਲ ਲੱਗਣਾ ਹੈ ਜਾਂ ਜੋ ਮੈਨ ਪਾਵਰ ਦੀ ਕਾਸਟ ਹੈ ਉਹ ਤਾਂ ਲੱਗਣੀ ਹੀ ਲੱਗਣੀ ਹੈ, ਉਹ ਤਾਂ ਛੱਡੀ ਨਹੀਂ ਜਾ ਸਕਦੀ। ਤੇ ਲੇਕਿਨ ਜੋ ਕਿਰਾਇਆ ਹੈ ਅਸੀਂ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਪ੍ਰਾਇੋਰਟੀ ਤੇ ਕਿ ਸਭ ਤੋਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਮਸ਼ੀਨਰੀ ਕਿਰਾਏ ਤੇ ਦਿੱਤੀ ਜਾਏ, ਤੇ ਦੂਸਰਾ ਉਹਨਾਂ ਨੂੰ ਕਿਰਾਏ ਦੇ ਵਿੱਚ ਜੋ ਉਹਦਾ ਕਿਰਾਇਆ ਇੱਕ ਉਹਦਾ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਤੇ ਕਿਰਾਏ ਦੇ ਰੇਟ ਫਿਕਸ ਕਰ ਦਿੱਤੇ ਗਏ ਹਨ ਤੇ ਉਹ ਕਿਰਾਏ ਵਿੱਚ ਛੂਟ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਦੇਣ ਵਾਸਤੇ ਇਹ ਆਰਡਰ ਇਸ਼ੂ ਕੀਤਾ ਗਿਆ। ਤੇ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਜਿਹੜੇ ਗਰੁੱਪਸ ਹੈ ਜਾਂ ਜਿਹੜੇ ਕਸਟਮ ਹਾਇਰਿੰਗ ਸੈਂਟਰਸ ਹੈ ਜਾਂ ਕੋਆਪਰੇਟਿਵ ਸੁਸਾਇਟੀਜ਼ ਹੈ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜੀ ਪਹਿਲ ਹੈ ਮਸ਼ੀਨਰੀ ਦੀ ਉਹ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਦੇਵੋ, ਕਿਉਂਕਿ ਜ਼ਿਆਦਾ ਫਾਇਰ ਇਨਸੀਡੈਂਟਸ ਜਿਹੜੇ ਹੈ ਉਹ ਛੋਟੇ ਤੇ ਸੀਮਾਂਤ ਕਿਸਾਨਾਂ ਦੇ, ਕਿਉਂਕਿ ਉਹਨਾਂ ਕੋਲ ਮਸ਼ੀਨਰੀ ਅਵੇਲੇਬਲ ਨਹੀਂ ਹੁੰਦੀ ਔਰ ਸਾਡਾ ਨੰਬਰ ਜਿਹੜਾ ਹੈ ਉਹ ਵੱਧ ਜਾਂਦਾ। ਜਦ ਕਿ ਅਗਰ ਅਸੀਂ ਰਕਬੇ ਦੇ ਹਿਸਾਬ ਨਾਲ ਦੇਖੀਏ ਤੇ ਸ਼ਾਇਦ ਅੱਗ ਲੱਗਣ ਵਾਲਾ ਰਕਬਾ ਜਿਹੜਾ ਹੈ ਉਹ ਓਵਰਆਲ ਘਟਿਆ ਹੋਏਗਾ, ਪਰ ਜਿਹੜੇ ਨੰਬਰ ਆਫ ਇਨਸੀਡੈਂਟਸ, ਕਿਉਂਕਿ ਅਸੀਂ ਆਇਡੈਂਟੀਫਾਈ ਉਹਨੂੰ ਰਿਮੋਟ ਸੈਂਸਿੰਗ ਦੇ ਥਰੂ ਕਰ ਰਹੇ ਹਾਂ ਤੇ ਨੰਬਰ ਆਫ ਇਨਸੀਡੈਂਟਸ ਜ਼ਿਆਦਾ ਨਜ਼ਰ ਆਉਂਦੇ ਆ ਤੇ ਜਦ ਕਿ ਰਕਬਾ ਅਗਰ ਅੱਗ ਦਾ ਦੇਖੀਏ ਤਾਂ ਉਹ ਸ਼ਾਇਦ ਉਹ ਘਟ ਜਾਏ। ਤੇ ਇਹ ਵੀ ਇਸ਼ੂਜ਼ ਸਾਡੇ ਕਾਫੀ ਹਨ, ਇਹਨੂੰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨੂੰ ਜਲਦੀ ਤੋਂ ਜਲਦੀ ਅਸੀਂ ਜਿਹੜੀ ਮਸ਼ੀਨਰੀ ਹੈ ਉਹ ਮੁਹੱਈਆ ਕਰਵਾ ਕੇ ਤੇ ਇਹ ਛੋਟੇ ਤੇ ਸੀਮਾਂਤ ਕਿਸਾਨਾਂ ਤੱਕ ਪਹੁੰਚਾਈਏ। ਕਿਸਾਨ ਜਥੇਬੰਦੀਆਂ ਇਹ ਐਲੀਗੇਸ਼ਨ ਲਾ ਰਹੀਆਂ ਵੀ ਜਿਹੜੀ ਪਰਾਲੀ ਨੂੰ ਸਾਂਭਣ ਤੇ ਬਹੁਤ ਖਰਚਾ ਆਉਂਦਾ ਹੈ, 100 ਰੁਪਇਆ ਪ੍ਰਤੀ ਕੁਇੰਟਲ ਝੋਨਾ ਦਿੱਤਾ ਜਾਵੇ, ਅਸੀਂ ਇਹ ਖਰਚਾ ਜਿਹੜਾ ਬੀਅਰ ਨਹੀਂ ਕਰ ਸਕਦੀ, ਕੀ ਇਹ ਸੱਚ ਹੈ? ਦੇਖੋ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਕਾਫੀ ਗੱਲਬਾਤ ਕਰਦੇ ਆ ਰਹੇ ਹਾਂ ਔਰ ਹੁਣ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਨਾਲ, ਤੇ ਇਹ ਮੰਗ ਅਸੀਂ ਬਾਰ-ਬਾਰ ਸੈਂਟਰ ਗਵਰਨਮੈਂਟ ਨੂੰ ਦੇ ਰਹੇ ਹਾਂ। ਕਿਉਂਕਿ ਦੇਖੋ ਕਿਸਾਨ ਜਦੋਂ ਮਸ਼ੀਨਰੀ ਦੀ ਵਰਤੋਂ ਕਰੇਗਾ ਤਾਂ ਇਨਪੁਟ ਜਿਹੜੀ ਹੈ ਡੀਜ਼ਲ ਦੀ ਜਾਂ ਮੈਨ ਪਾਵਰ ਦੀ ਉਹ ਤਾਂ ਵਧੇਗੀ ਹੀ ਵਧੇਗੀ। ਲੇਕਿਨ ਅਗਰ ਅਸੀਂ ਓਵਰਆਲ ਇਹਦੀ ਕਾਸਟ ਬੈਨੀਫਿਟ ਐਨਾਲਿਸਿਸ ਆਉਣ ਵਾਲੇ ਸਮੇਂ 'ਚ ਦੇਖਾਂਗੇ ਤਾਂ ਇਹ ਇਨਪੁਟ ਕਾਸਟ ਉਹਨਾਂ ਦੀ ਘਟਦੀ ਹੈ। ਤੁਸੀਂ ਦੇਖੋ ਅਗਰ ਜਿਹੜੇ ਕਿਸਾਨਾਂ ਨੇ ਜਿਹੜੀ ਪਰਾਲੀ ਨੂੰ ਵਿੱਚ ਵਾਇਆ ਹੈ, ਖੇਤਾਂ ਦੇ ਵਿੱਚ ਵਾਹਣ ਤੋਂ ਬਾਅਦ ਉਹਨਾਂ ਦੀ ਜ਼ਮੀਨ ਪੋਲੀ ਹੋ ਗਈ ਹੈ, ਟਰੈਕਟਰ ਜਿਹੜਾ ਉਹਨਾਂ ਦਾ ਬੜੇ ਆਰਾਮ ਨਾਲ ਜਾਂ ਕੋਈ ਵੀ ਇੰਪਲੀਮੈਂਟਸ ਉਹਨਾਂ ਦੇ ਬੜੇ ਆਰਾਮ ਨਾਲ ਚੱਲ ਰਹੇ ਆ ਔਰ ਇਨਪੁਟ ਕਾਸਟ ਵੀ ਉਹਨਾਂ ਦੀ ਘਟ ਰਹੀ ਹੈ, ਖਾਦਾਂ ਦੀ ਜਿਹੜੀ ਵਰਤੋਂ ਹੈ ਉਹ ਘਟ ਰਹੀ ਹੈ, ਪਾਣੀ ਦੀ ਜਿਹੜੀ ਰਿਟੈਂਸ਼ਨ ਹੈ ਉਹ ਵੱਧ ਰਹੀ ਹੈ ਜ਼ਮੀਨ ਦੀ ਔਰ ਜ਼ਮੀਨ ਜਿਹੜੀ ਹੈ ਉਪਜਾਊ ਵੀ ਹੋ ਰਹੀ ਹੈ, ਉਹਦੀ ਹੈਲਥ ਵੀ ਸੁਧਰ ਰਹੀ ਹੈ। ਸਾਡਾ ਮਤਲਬ ਜੇ ਪਰਾਲੀ ਵਾਹੁਣ ਨਾਲ ਜਿਹੜੀ ਜ਼ਮੀਨ ਹੈ ਉਹ ਹੋਰ ਉਪਜਾਊ ਹੋਊਗੀ, ਉਹਨੂੰ ਫਾਇਦਾ ਹੈ ਇਸ ਗੱਲ ਦਾ? ਬਿਲਕੁਲ, ਇਹ ਦੇਖਣ 'ਚ ਆਇਆ ਹੈ। ਸਾਡੀਆਂ ਸਕਸੈਸ ਸਟੋਰੀਜ਼ ਜਿਹੜੀਆਂ ਹੈ ਤੁਸੀਂ ਸਾਡੇ ਜਿਹੜੇ ਕਈ ਫੇਸਬੁੱਕ ਤੇ ਜਾਂ YouTube ਚੈਨਲ ਤੇ ਇਹ ਚੱਲ ਰਹੀਆਂ ਹਨ ਔਰ ਹਰ ਜ਼ਿਲ੍ਹੇ ਤੋਂ ਜਿਹੜੇ ਕਿਸਾਨਾਂ ਨੇ ਇਹ ਪ੍ਰਣਾਲੀ ਅਪਣਾਈ ਹੈ ਉਹਨਾਂ ਵੱਲੋਂ ਕਾਫੀ ਜਿਹੜੇ ਹੈ ਅੱਛੇ ਰਿਜ਼ਲਟਸ ਆ ਰਹੇ ਹਨ। ਆਮ ਧਾਰਨਾ ਇਹੀ ਹੈ ਵੀ ਪਰਾਲੀ ਸਾਡੇ ਨਾਲ ਪੋਲਿਊਸ਼ਨ ਪੈਦਾ ਹੁੰਦਾ, ਵਾਤਾਵਰਨ ਖਰਾਬ ਹੁੰਦਾ। ਤੁਸੀਂ ਵੈਸੇ ਥੋੜਾ ਜਿਹੀ ਗੱਲ ਕੀਤੀ ਹੈ, ਥੋੜਾ ਹੋਰ ਵਿਸਥਾਰ 'ਚ ਦੱਸੋ ਇਹਦੇ ਨਾਲ ਜ਼ਮੀਨ ਨੂੰ ਕੀ ਨੁਕਸਾਨ ਹੁੰਦਾ? ਦੇਖੋ ਸਭ ਤੋਂ ਪਹਿਲਾ ਨੁਕਸਾਨ ਤਾਂ ਇਹ ਹੈ ਵੀ ਸਾਡੀ ਜਿਹੜੀ ਜ਼ਮੀਨ ਦੀ ਨਮੀ ਹੈ ਉਹ ਅੱਗ ਲੱਗਣ ਕਰਕੇ ਇੱਕ ਤਾਂ ਉਹਦਾ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਜਿਹੜਾ ਉਹਦੇ ਵਿੱਚ ਪਾਣੀ ਰਿਟੇਨ ਹੋਇਆ ਰਿਟੈਂਸ਼ਨ ਪਾਣੀ ਦੀ ਉਹਦੇ ਅੰਦਰ ਹੈ ਟੌਪ ਸੋਇਲ ਦੇ ਵਿੱਚ, ਉਹ ਸਾਡੀ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਜੋ ਵੀ ਸਾਡੇ ਕਾਰਬਨ ਕੰਟੈਂਟ ਉਹਦੇ ਵਿੱਚ ਮਾਈਕਰੋਬੀਅਲ ਜੋ ਐਕਟੀਵਿਟੀ ਹੋਣੀ ਹੈ ਉਹ ਸਾਰੀ ਮਾਈਕਰੋਬੀਅਲ ਐਕਟੀਵਿਟੀ ਸਾਰੀ ਖਤਮ ਹੋ ਜਾਂਦੀ ਹੈ ਤੇ ਜ਼ਮੀਨ ਜਿਹੜੀ ਹੈ ਉਹ ਸਖਤ, ਕਿਉਂਕਿ ਹੁਣ ਪਾਣੀ ਤੁਹਾਡਾ ਵਿੱਚੋਂ ਉਹਦੇ ਨਿਕਲ ਗਿਆ, ਰਿਟੈਂਸ਼ਨ ਕੈਪੈਸਿਟੀ ਉਹਦੀ ਘਟ ਗਈ ਔਰ ਅੱਗ ਲੱਗਣ ਕਰਕੇ ਜਿਹੜੀ ਸੋਇਲ ਹੈ ਉਹ ਆਪਸ 'ਚ ਜੁੜਨੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਵਿੱਚੋਂ ਪਾਣੀ ਨਿਕਲ ਗਿਆ ਤੇ ਉਹ ਤੁਹਾਨੂੰ ਜੋ ਉਪਜਾਊ ਜ਼ਮੀਨ ਸੀ ਤੁਸੀਂ ਉਹਨੂੰ ਖਰਾਬ ਕਰ ਲਿਆ। ਹੁਣ ਪਾਣੀ ਵੀ ਤੁਹਾਨੂੰ ਜ਼ਿਆਦਾ ਲਾਉਣਾ ਪਏਗਾ, ਸੂਖਸ਼ਮ ਤੱਤ ਵੀ ਪਾਣੇ ਪੈਣਗੇ ਔਰ ਫਰਟੀਲਾਈਜ਼ਰਸ ਜਿਹੜੀਆਂ ਉਹ ਵੀ ਜ਼ਿਆਦਾ ਪਾਣੀਆਂ ਪੈਣਗੀਆਂ ਔਰ ਜੋ ਤੁਹਾਡੇ ਕੋਈ ਮਿੱਤਰ ਕੀੜੇ ਹੈ ਉਹ ਵੀ ਤੁਸੀਂ ਉੱਥੇ ਨੁਕਸਾਨ ਕਰ ਬੈਠਦੇ ਹੋ ਉਹਨਾਂ ਦਾ ਔਰ ਉਹਨਾਂ ਨੂੰ ਤੁਸੀਂ ਸਾਂਭਣ ਵਾਸਤੇ ਫਿਰ ਪੈਸਟੀਸਾਈਡਸ ਦੀ ਵਰਤੋਂ ਜਿਹੜੀ ਹੈ ਸਾਡੀ ਉਹ ਵੱਧਦੀ ਹੈ।
ਕੋਈ ਪਰਸੈਂਟੇਜ ਦੱਸ ਸਕਦੇ ਆ ਮਸ਼ੀਨਰੀ ਤੇ ਕਿੰਨੇ ਕੁ ਪਰਸੈਂਟ ਆ ਗਏ ਨੇ ਝੋਨਾ ਬੀਜਣ ਵਾਲੇ? ਮੈਂ ਤੁਹਾਨੂੰ ਨੰਬਰਸ ਨਾਲ ਦੱਸਦਾ ਵੀ ਪਰਸੈਂਟੇਜ ਦੀ ਬਜਾਏ ਆਪਾਂ ਅਗਰ ਨੰਬਰਸ ਵਿੱਚ ਗੱਲ ਕਰੀਏ 2018-19 ਦੇ ਵਿੱਚ ਅਸੀਂ 28,000 ਮਸ਼ੀਨਾਂ ਜਿਹੜੀਆਂ ਉਹ ਅਸੀਂ ਡਿਸਟ੍ਰੀਬਿਊਟ ਕੀਤੀਆਂ ਸੀ ਤੇ 28,000 ਮਸ਼ੀਨਾਂ ਜਿਹੜੀਆਂ ਡਿਸਟ੍ਰੀਬਿਊਟ ਹੋਈਆਂ ਬਟ ਉਹਦੀ ਜਿਹੜੀ ਐਫੀਕੇਸੀ ਸੀ ਜਾਂ ਜਿਹੜੀ ਜ਼ਮੀਨ ਦੇ ਉੱਪਰ ਉਹਦੀ ਯੂਟਿਲਿਟੀ ਸੀ ਉਹ ਆਪਟੀਮਮ ਨਹੀਂ ਸੀ, ਕਿਉਂਕਿ ਹੱਲੇ ਇਹ ਟ੍ਰੈਂਡ ਆ ਰਿਹਾ ਸੀ, ਨਵੀਂ ਟੈਕਨੋਲੋਜੀ ਸੀ, ਲੋਕਾਂ ਨੂੰ ਸਮਝ ਆ ਰਹੀ ਸੀ ਚੀਜ਼। ਅਗਲੇ ਸਾਲ ਜਿਹੜੀ ਸਾਡੇ ਕੋਲ ਜਿੰਨੇ ਫੰਡ ਉਪਲਬਧ ਸੀ ਅਸੀਂ 23,000 ਮਸ਼ੀਨਾਂ ਦੇ ਕਰੀਬ ਅਗਲੇ ਸਾਲ ਦਿੱਤੀਆਂ ਔਰ ਇਸ ਸਾਲ ਦਾ ਟੀਚਾ ਸਾਡਾ ਲਗਭਗ 23,500 ਦਾ ਹੈ, ਪਰ ਡਿਮਾਂਡ ਇੰਨੀ ਜ਼ਿਆਦਾ ਹੈ ਸਾਡੇ ਕੋਲ ਕਿ ਇਹ ਅਸੀਂ ਸੈਂਟਰ ਗਵਰਨਮੈਂਟ ਨੂੰ ਮੁੜ ਰਿਕੁਐਸਟ ਭੇਜੀ ਹੈ ਵੀ ਸਾਡਾ ਜਿਹੜਾ ਫੰਡਿੰਗ ਹੈ ਥੋੜੀ ਜਿਹੀ ਵਧਾਈ ਜਾਵੇ। 2018-19 ਦੇ ਵਿੱਚ ਅਸੀਂ 250 ਕਰੋੜ ਦੀ ਮਸ਼ੀਨਰੀ ਜਿਹੜੀ ਹੈ ਉਹ ਡਿਸਟ੍ਰੀਬਿਊਟ ਕੀਤੀ ਸੀ ਇਸ ਕੰਮ ਲਈ ਤੇ 2019-20 ਦੇ ਵਿੱਚ ਅਸੀਂ ਲਗਭਗ 23,300 ਕਰੋੜ 233 ਕਰੋੜ ਦੀ 233 ਕਰੋੜ ਦੀ ਮਸ਼ੀਨਰੀ ਜਿਹੜੀ ਹੈ ਉਹ ਡਿਸਟ੍ਰੀਬਿਊਟ ਕੀਤੀ ਸੀ ਤੇ ਇਸ ਸਾਲ ਸਾਡੇ ਕੋਲ 239 ਕਰੋੜ ਅਵੇਲੇਬਲ ਹਨ, ਜਿਹਦੇ ਵਿੱਚ 23,500 ਮਸ਼ੀਨਸ ਅਸੀਂ ਦੇ ਰਹੇ ਹਾਂ, ਬਟ ਇਹ ਉਮੀਦ ਹੈ ਵੀ ਅਸੀਂ ਇਹਨੂੰ 300 ਕਰੋੜ ਤੇ ਲੈ ਜਾਵਾਂਗੇ ਤੇ ਨੰਬਰ ਕਾਫੀ ਇਨਕਰੀਜ਼ ਸਾਡਾ ਹੋ ਜਾਏਗਾ। ਔਰ ਟਾਰਗੇਟ ਮੈਂ ਇਸ ਲਈ ਪਹਿਲੇ ਦੱਸਿਆ ਵੀ ਅਸੀਂ ਗਰੁੱਪਸ ਨੂੰ ਜਾਂ ਕਸਟਮ ਹਾਇਰਿੰਗ ਸੈਂਟਰਸ ਨੂੰ ਪਹਿਲੇ ਪ੍ਰੈਫਰੈਂਸ ਦੇ ਰਹੇ ਹਾਂ ਤਾਂ ਕਿ ਅਸੀਂ ਇਹ ਮਸ਼ੀਨਾਂ ਜ਼ਿਆਦਾ ਤੋਂ ਜ਼ਿਆਦਾ ਛੋਟੇ ਤੇ ਸੀਮਾਂਤ ਕਿਸਾਨਾਂ ਤੱਕ ਪਹੁੰਚਾ ਸਕੀਏ ਔਰ ਨੰਬਰ ਆਫ ਫਾਇਰ ਇਨਸੀਡੈਂਟਸ ਨੂੰ ਅਸੀਂ ਥੱਲੇ ਲਿਆ ਸਕੀਏ। ਤੁਹਾਡੀ ਸਾਰੀ ਗੱਲ ਤੋਂ ਸੁਣ ਕੇ ਲੱਗਦਾ ਵੀ ਜਿਵੇਂ ਝੋਨਾ ਘਾਟੇ ਦਾ ਸੌਦਾ ਨਹੀਂ ਰਹਿ ਗਿਆ। ਇੱਕ ਪਾਸੇ ਪ੍ਰਦੂਸ਼ਣ ਪੈਦਾ ਹੋ ਰਿਹਾ, ਦੂਜੇ ਪਾਸੇ ਇਹ ਪਾਣੀ ਇੰਨਾ ਚੂਸ ਰਿਹਾ ਵੀ ਪਾਣੀ ਜਿਹੜਾ ਬਹੁਤ ਹੇਠਾਂ ਜਾ ਰਿਹਾ। ਇਹ ਕਿਤੇ ਲੱਗ ਨਹੀਂ ਰਿਹਾ ਵੀ ਬਹੁਤਾ ਲੰਬਾ ਸਮਾਂ ਨਹੀਂ ਚੱਲੇਗਾ? ਤੁਹਾਡੀ ਬਿਲਕੁਲ ਜਿਹੜੀ ਆਬਜ਼ਰਵੇਸ਼ਨ ਹੈ ਬਿਲਕੁਲ ਠੀਕ ਹੈ। ਝੋਨਾ ਪੰਜਾਬ ਲਈ ਕਾਫੀ ਹੱਦ ਤੱਕ ਘਾਟੇ ਦਾ ਸੌਦਾ ਹੈ, ਬਟ ਇਸ ਦੇ 'ਚ ਇਸ਼ੂ ਇਹ ਹੈ ਕਿਸਾਨ ਸਾਡਾ ਜਿਹੜਾ ਹੈ ਉਹ ਮਜਬੂਰ ਹੈ, ਕਿਉਂਕਿ ਝੋਨਾ ਇੱਕ ਐਸੀ ਕ੍ਰੌਪ ਹੈ ਜਿਹੜੀ ਕਿ ਜਿਸ ਤੇ MSP ਤੇ ਅਸ਼ੋਰਡ ਪ੍ਰੋਕਿਉਰਮੈਂਟ ਹੈ। ਬਾਕੀ ਕ੍ਰੌਪਸ ਦੇ ਉੱਪਰ ਜਿਹੜੀਆਂ ਇਕੁਇਵਲੈਂਟ ਜਿਹੜੀਆਂ ਖਰੀਫ ਦੀਆਂ ਕ੍ਰੌਪਸ ਹਨ MSP ਤਾਂ ਹੈ ਪਰ ਅਸ਼ੋਰਡ ਪ੍ਰੋਕਿਉਰਮੈਂਟ ਨਹੀਂ ਹੈ। ਖੇਤੀਬਾੜੀ ਵਿਭਾਗ ਵੱਲੋਂ ਕਾਫੀ ਕੋਸ਼ਿਸ਼ ਕੀਤੀ ਗਈ ਹੈ ਬਈ ਝੋਨੇ ਦੇ ਬਦਲਾਵ ਵਿੱਚ ਅਸੀਂ ਕੋਈ ਫਸਲ ਲੈ ਕੇ ਆ ਸਕੀਏ। ਮੱਕੀ ਤੇ ਕਾਫੀ ਕੋਸ਼ਿਸ਼ ਕੀਤੀ ਗਈ ਪਰ ਮੱਕੀ ਜਿਹੜੀ ਹੈ ਉਹ ਝੋਨੇ ਦੇ ਸਾਹਮਣੇ ਖੜੀ ਨਹੀਂ ਹੋ ਸਕਦੀ। ਕਣਕ ਤੇ ਝੋਨਾ ਜਿਹੜਾ ਹੈ ਉਹਦੇ ਵਿੱਚ ਤੁਸੀਂ ਅਗਰ ਅਸੀਂ ਪੂਰਾ ਫਸਲੀ ਚੱਕਰ ਦੀ ਗੱਲ ਕਰੀਏ ਤਾਂ MSP ਤੇ ਸਾਨੂੰ ਲਗਭਗ 56 ਤੋਂ 57,000 ਰੁਪਏ ਨੈਟ ਪ੍ਰੋਫਿਟ ਹੁੰਦਾ ਹੈ ਤੇ ਇਹੀ ਅਗਰ ਅਸੀਂ ਕਣਕ ਤੇ ਮੱਕੀ ਤੇ ਆ ਜਾਈਏ ਤਾਂ ਇਹ ਲਗਭਗ ਅੱਧਾ ਰਹਿ ਜਾਂਦਾ MSP ਤੇ। ਪਰ ਟ੍ਰੈਜਡੀ ਇਹ ਹੈ ਸਾਡੀ ਵੀ ਸਾਡੀ ਮੱਕੀ MSP ਤੇ ਨਹੀਂ ਵਿਕਦੀ, ਕਿਉਂਕਿ ਸਾਡੇ ਕੋਲ ਬਿਹਾਰ ਤੋਂ ਜਾਂ ਸਾਡੇ ਕੋਲ ਈਸਟਰਨ UP ਤੋਂ ਸੁੱਕੀ ਹੋਈ ਮੱਕੀ ਇੱਥੇ ਪਹੁੰਚ ਜਾਂਦੀ ਹੈ। ਇੱਕ ਕ੍ਰੌਪ ਜਿਹੜੀ ਕਿ ਇਹਦਾ ਟਾਕਰਾ ਕਰ ਸਕਦੀ ਹੈ ਉਹ ਹੈ ਨਰਮਾ। ਨਰਮੇ ਦੇ ਵਿੱਚ ਸਿਰਫ ਇਸ਼ੂ ਇਹ ਆਉਂਦਾ ਹੈ ਕਿ ਉਹਦਾ ਭਾਅ ਜਿਹੜਾ ਹੈ ਸ਼ੁਰੂ 'ਚ ਠੀਕ ਨਹੀਂ ਮਿਲਦਾ। ਜਿੱਦਾਂ ਹੁਣ ਇਸ ਸਮੇਂ ਮੰਡੀਆਂ ਦੇ ਵਿੱਚ ਨਰਮਾ ਆ ਰਿਹਾ ਹੈ ਤੇ ਉਹਦਾ ਭਾਅ ਥੋੜ੍ਹਾ ਜਿਹਾ ਘੱਟ ਮਿਲਿਆ, ਪਰ ਜਿੱਦਾਂ CCI ਐਂਟਰ ਕਰਦੀ ਗਈ ਤੇ ਉਹ ਭਾਅ ਹੁਣ ਵੱਧਦਾ ਜਾ ਰਿਹਾ। ਦੂਸਰਾ ਥੋੜ੍ਹੇ ਕਿਸਾਨ ਵੀਰ ਵੀ ਸਾਡੇ ਕਾਹਲੇ ਪੈ ਜਾਂਦੇ ਹੈ ਤੇ ਮੋਇਸਚਰ ਕੰਟੈਂਟ ਬਹੁਤ ਹਾਈ ਜਿਹੜੀ ਹੈ ਉਹ ਲੈ ਕੇ ਉਹ ਨਰਮਾ ਜਿਹੜਾ ਮੰਡੀਆਂ 'ਚ ਲੈ ਆਉਂਦੇ ਆ ਔਰ ਉਹ ਜਿਹੜੀਆਂ ਸਟੈਂਡਰਡ ਨੋਰਮਸ ਹੈ ਪ੍ਰੋਕਿਉਰਮੈਂਟ ਦੇ ਨਰਮੇ ਤੇ ਉਹਦੇ ਤੇ ਉਹ ਖਰਾ ਨਹੀਂ ਉਤਰਦਾ ਤੇ ਉਹਦੇ ਕਰਕੇ ਉਹਨਾਂ ਨੂੰ ਘੱਟ ਭਾਅ ਤੇ ਵੇਚ ਕੇ ਉਹ ਕਰ ਜਾਂਦੇ ਹਨ। ਝੋਨੇ ਦੇ ਤੁਸੀਂ ਕਾਫੀ ਡਿਟੇਲ 'ਚ ਦੱਸਿਆ, ਵੈਸੇ ਬਦਲਵੀਂ ਫਸਲ ਬਾਰੇ ਕੋਈ ਨਵਾਂ ਪ੍ਰੋਜੈਕਟ ਵੀ ਚੱਲ ਰਿਹਾ, ਕੋਈ ਹੋਰ ਵੀ ਇਹਦੇ ਤੇ ਰਿਸਰਚ ਹੋ ਰਹੀ ਹੈ? ਦੇਖੋ, ਸਾਨੂੰ ਸਭ ਤੋਂ ਪਹਿਲੇ ਤਾਂ ਸਾਡੀ ਮਹਾਰਤ ਪੰਜਾਬ ਨੇ ਝੋਨੇ ਤੇ ਕਣਕ ਦੀ ਕੀਤੀ ਹੈ। ਹੁਣ ਜਿਹੜੀ ਚੀਜ਼ ਦੀ ਸਪੈਸ਼ਲਾਈਜੇਸ਼ਨ ਸਾਡੀ ਹੋ ਜਾਂਦੀ ਹੈ ਉਹਨੂੰ ਓਵਰਨਾਈਟ ਤਾਂ ਨਹੀਂ ਬਦਲਿਆ ਜਾ ਸਕਦਾ ਔਰ ਉਹਨੂੰ ਬਦਲਣਾ ਵੀ ਨਹੀਂ ਚਾਹੀਦਾ। ਸਭ ਤੋਂ ਪਹਿਲਾਂ ਇਹ ਹੈ ਵੀ ਸਾਨੂੰ ਝੋਨੇ ਦੇ ਅੰਦਰ ਹੀ ਅਸੀਂ ਕੀ ਬਦਲਾਵ ਲਿਆ ਸਕਦੇ ਹਾਂ, ਚਾਹੇ ਉਹ ਪਾਣੀ ਦੀ ਗੱਲ ਹੈ, ਚਾਹੇ ਉਹ ਇਨਪੁਟਸ ਦੀ ਗੱਲ ਹੈ ਜਾਂ ਉਹ ਪਰਾਲੀ ਦੀ ਸਾਂਭ ਸੰਭਾਲ ਦੀ ਗੱਲ ਹੈ। ਤਾਂ ਪਹਿਲੇ ਤਾਂ ਸਾਨੂੰ ਝੋਨੇ ਦੇ ਅੰਦਰ ਹੀ, ਕਿਉਂਕਿ ਇਹਦੀ ਤਿਆਰ ਸਾਡੀ ਮੰਡੀਆਂ, ਤਿਆਰ ਇਨਫਰਾਸਟ੍ਰਕਚਰ, MSP ਤੇ ਪ੍ਰੋਕਿਉਰਮੈਂਟ, ਇਹ ਸਾਰੇ ਪਾਸੋਂ ਮਤਲਬ ਇੱਕ ਅੱਛੀ ਫਸਲ ਇਸ ਸਮੇਂ ਮੰਨੀ ਜਾ ਸਕਦੀ ਹੈ। ਗਰੰਟੀ ਹੈ, ਵਿਕ ਜਾਂਦੀ ਹੈ। ਕਿਸਾਨ ਨੂੰ ਇੱਕ ਮਤਲਬ ਐਸ਼ੋਰੈਂਸ ਦਿੰਦੀ ਹੈ ਕਿ ਹਾਂ ਵੀ ਮੇਰੀ ਇਹ ਇੰਨੀ ਫਸਲ ਵਿਕ ਜਾਣੀ ਹੈ। ਔਰ ਇਹਦੇ ਸਾਡੇ ਕੋਲ ਹਰ ਚੀਜ਼ ਸਪੈਸ਼ਲਾਈਜੇਸ਼ਨ ਜਿਹੜੀ ਹੈ, ਚਾਹੇ ਉਹ ਵੈਰਾਈਟੀਜ਼ ਕਹਿ ਲਓ, ਹਰ ਪੱਖੋਂ ਅਸੀਂ ਪੂਰੇ ਹਾਂ ਇਹਦੇ ਤੇ ਇਹਨੂੰ ਨਾਲ ਦੀ ਨਾਲ ਬਦਲਣਾ ਠੀਕ ਵੀ ਨਹੀਂ ਰਹੇਗਾ। ਸਾਨੂੰ ਝੋਨੇ ਦੇ ਅੰਦਰ ਹੀ ਬਦਲਾਵ ਲਿਆਉਣੇ ਪੈਣਗੇ।
ਚਾਹੇ ਅਸੀਂ ਪਾਣੀ ਦੀ ਉਸ 'ਤੇ ਵੀ ਅਸੀਂ ਕਈ ਕੰਮ ਕਰ ਰਹੇ ਹਾਂ ਵੀ ਪਾਣੀ ਝੋਨੇ ਦੇ ਅੰਦਰ ਅੰਦਰ ਕਿੱਦਾਂ ਪਹੁੰਚਾਉਣਾ ਹੈ। ਅਤੇ ਅਸੀਂ ਇੱਕ ਸਕੀਮ ਪਾਣੀ ਬਚਾਓ ਪੈਸੇ ਕਮਾਓ ਕਰਕੇ ਲਿਆਂਦੀ ਸੀ, ਉਹ ਅਸੀਂ ਫੀਡਰਸ ਦੇ ਉੱਪਰ ਇੰਪਲੀਮੈਂਟ ਕੀਤੀ ਤਾਂ ਕਿ ਬਿਜਲੀ ਬਚੇ, ਕਿਸਾਨ ਪਰ ਯੂਨਿਟ 4 ਰੁਪਏ ਕਮਾ ਸਕੇ, ਅਤੇ ਨਾਲ ਜਿੱਦਾਂ ਬਿਜਲੀ ਬਚੇਗੀ ਤਾਂ ਪਾਣੀ ਵੀ ਆਪਣੇ ਆਪ ਹੀ ਬਚ ਜਾਏਗਾ। ਤੁਸੀਂ ਬੜੀਆਂ ਤੱਥ ਭਰਪੂਰ ਗੱਲਾਂ ਦੱਸੀਆਂ। ਲੱਗਦਾ ਨਹੀਂ ਵੀ ਕਿਤੇ ਖੇਤੀਬਾੜੀ ਵਿਭਾਗ ਤੇ ਪੰਜਾਬ ਸਰਕਾਰ ਲੋਕਾਂ ਤੱਕ ਇਹ ਗੱਲ ਵਧੀਆ ਢੰਗ ਨਾਲ ਪਹੁੰਚਾਉਣ 'ਚ ਕਾਮਯਾਬ ਨਹੀਂ ਰਹੀ? ਕਿਉਂਕਿ ਜਿਵੇਂ ਤੁਸੀਂ ਦੱਸਿਆ 2500 ਦੇ ਕਰੀਬ ਜਿਹੜੀਆਂ ਅੱਗ ਦੀਆਂ ਘਟਨਾਵਾਂ ਵਾਪਰ ਚੁੱਕੀਆਂ, ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਪੌਣੇ 700 ਦੇ ਕਰੀਬ ਕਿਸਾਨਾਂ ਨੂੰ 15 ਲੱਖ ਦੇ ਕਰੀਬ, ਜਿਹਨੂੰ ਆਪਾਂ ਵਾਤਾਵਰਨ ਮੁਆਵਜ਼ਾ ਜਾਂ ਜੁਰਮਾਨਾ ਕਹਿ ਲਓ, ਲੱਗ ਚੁੱਕਾ ਹੈ। ਦੇਖੋ, ਅਸੀਂ ਕਿਸਾਨ ਵੀਰਾਂ ਕੋਲ ਕਾਫੀ ਹੱਦ ਤੱਕ ਪਹੁੰਚ ਰਹੇ ਹਾਂ। ਸਾਡੀ ਜਿਹੜੀ IEC ਐਕਟੀਵਿਟੀਜ਼ ਹੈ ਉਹ ਕਾਫੀ ਸਟਰੋਂਗ ਹੈ। ਹਰ ਤਰੀਕੇ ਨਾਲ ਹਰ ਮੀਡੀਆ ਯੂਜ਼ ਕਰਦੇ ਹੋਏ ਅਸੀਂ ਕਿਸਾਨ ਵੀਰਾਂ ਨੂੰ ਪੂਰਾ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਜਿੱਦਾਂ ਮੈਂ ਤੁਹਾਨੂੰ ਪਹਿਲੇ ਵੀ ਸਟ੍ਰੈਸ ਕੀਤਾ ਹੈ, ਬਾਰ-ਬਾਰ ਦੱਸ ਰਿਹਾ ਵੀ ਇਹ ਇੱਕ ਚੇਂਜ ਆਫ ਮਾਈਂਡਸੈਟ ਹੈ, ਔਰ ਹਿਊਮਨ ਟੈਂਡੈਂਸੀ, ਹਿਊਮਨ ਸਾਈਕੋਲੋਜੀ ਜਿਹੜੀ ਹੈ ਉਹ ਮਾਈਂਡਸੈਟ ਚੇਂਜ ਕਰਨ 'ਚ ਕਾਫੀ ਸਮਾਂ ਲੱਗਦਾ ਹੈ। ਜਿਹੜੀ ਨਵੀਂ ਜਨਰੇਸ਼ਨ ਜੁੜ ਰਹੀ ਹੈ ਉਹ ਕਾਫੀ ਜਲਦੀ ਇਹਨਾਂ ਚੀਜ਼ਾਂ ਨੂੰ ਸਮਝ ਰਹੀ ਹੈ। ਕਿਸਾਨ ਵੀਰਾਂ ਨੂੰ ਜਦ ਤੱਕ, ਕਿਉਂਕਿ ਇਹ ਲੌਂਗ ਟਰਮ ਪ੍ਰੋਸੈਸ ਹੈ, ਕਿਸਾਨ ਵੀਰਾਂ ਨੂੰ ਜਦ ਤੱਕ ਇਹ ਸਮਝ ਨਹੀਂ ਆਉਂਦਾ ਕਿ ਇਸ ਟੈਕਨੋਲੋਜੀ ਨਾਲ ਸਾਨੂੰ ਲੌਂਗ ਟਰਮ 'ਚ ਫਾਇਦਾ ਹੋਏਗਾ, ਉਹ ਇਸ 'ਤੇ ਬੜੀ ਜਲਦੀ ਨਹੀਂ ਆਉਣਗੇ। ਤੁਹਾਡੀ ਕਾਫੀ ਹੱਦ ਤੱਕ ਗੱਲ ਠੀਕ ਹੈ ਕਿ ਦੇਖੋ, ਪੰਜਾਬ ਖੇਤੀਬਾੜੀ ਵਿਭਾਗ ਜਿਹੜਾ ਹੈ ਉਹ ਕਾਫੀ ਲਿਮਿਟਿਡ ਰਿਸੋਰਸਿਸ ਨਾਲ ਕੰਮ ਕਰ ਰਿਹਾ ਹੈ। ਸਾਡੇ ਕੋਲ ਇੱਕ ਤਾਂ ਸਟਾਫ ਦੀ ਕਾਫੀ ਘਾਟ ਹੈ, ਕਈ ਸਾਡੇ ਕੋਲ ਐਡਮਿਨਿਸਟ੍ਰੇਟਿਵ ਇਸ਼ੂਜ਼ ਹਨ। ਡਾਕਟਰ ਸਾਹਿਬ, ਪਿਛਲੇ ਸਮੇਂ ਪਤਾ ਲੱਗਾ ਰੀਆਰਗੇਨਾਈਜੇਸ਼ਨ ਜਿਹੜਾ ਕੀਤਾ ਸੀ, ਹੈ ਨਾ, ਅਤੇ ਉਹਦੇ 'ਤੇ ਕਾਫੀ ਤੁਸੀਂ ਹੋਰ ਘਟਾਤੀਆਂ ਪੋਸਟਾਂ, ਕਾਫੀ ਖਤਮ ਕਰਤੀਆਂ ਸੀ। ਤੁਸੀਂ ਪਹਿਲੋਂ ਹੀ ਜੇ ਘਟਿਆ ਤਾਂ ਫਿਰ ਕੱਟ ਲਾਉਣ ਦੀ ਕੀ ਲੋੜ ਸੀ? ਨਹੀਂ, ਉਸ ਦੇ ਵਿੱਚ ਦੇਖੋ ਉਹਨੂੰ ਦੁਬਾਰਾ ਰਿਵਿਊ ਕੀਤਾ ਜਾ ਰਿਹਾ, ਕਿਉਂਕਿ ਉਹ ਜਿਹੜੀ ਪ੍ਰਪੋਜ਼ਲ ਬਣੀ ਸੀ ਉਹਦੇ ਵਿੱਚ ਕੋਈ ਵੀ ਸਟੇਕ ਹੋਲਡਰ ਜਿਹੜਾ ਸੀ ਉਹ ਇਨਵੋਲਵਡ ਨਹੀਂ ਸੀ, ਉਹਨੂੰ ਸੁਣਿਆ ਵੀ ਨਹੀਂ ਸੀ, ਅਤੇ ਰੀਅਲ ਜਿਹੜੀ ਸਾਡੀ ਅਵੇਲੇਬਿਲਿਟੀ ਹੈ ਉਹ ਔਰ ਜਿਹਨੂੰ ਉਹ ਇੱਕ ਤਰ੍ਹਾਂ ਦੀ ਇਨਕੰਪਲੀਟ ਕਾਈਂਡ ਆਫ ਕਹਿ ਲਓ ਵੀ ਰਿਪੋਰਟ ਹੋ ਸਕਦੀ ਹੈ। ਮੈਂ ਆਈ ਐਮ ਨਾਟ ਸ਼ੋਰ, ਮੈਂ ਜ਼ਿਆਦਾ ਹਲੇ ਉਹਨੂੰ ਪੜ੍ਹਿਆ ਨਹੀਂ ਹੈ, ਅਤੇ ਪਰ ਮੈਨੂੰ ਜੋ ਆਫ ਲੇਟ ਫੀਡਬੈਕ ਮਿਲੀ ਹੈ ਕਿ ਹਾਂ ਉਹ ਰਿਵਿਊ ਹੋ ਰਹੀ ਹੈ। ਅਤੇ ਰਾਦਰ ਇੱਕ ਅਸੀਂ ਇਸ ਤੋਂ ਪਹਿਲੇ ਸਾਡੇ ਐਡੀਸ਼ਨਲ ਚੀਫ ਸੈਕਟਰੀ ਸਰਵ ਸ਼੍ਰੀ ਸੁਰੇਸ਼ ਕੁਮਾਰ ਜੀ ਐਡੀਸ਼ਨਲ ਚੀਫ ਸੈਕਟਰੀ ਡਿਵੈਲਪਮੈਂਟ ਸੀ ਉਸ ਸਮੇਂ, ਅਤੇ ਇਹ ਮੇਰੇ ਖਿਆਲ 2016-17 ਦੇ ਵਿੱਚ ਇੱਕ ਬੜੀ ਕੰਪਰੀਹੈਂਸਿਵ ਜਿਹੜੀ ਹੈ ਸਾਡੇ ਕੋਲ ਰੀਸਟਰਕਚਰਿੰਗ ਪਲਾਨ ਇੱਕ ਬਣਿਆ ਸੀ, ਔਰ ਉਹਦੇ ਸਾਰੇ ਸਟੇਕ ਹੋਲਡਰਸ ਨੂੰ ਇਨਵੋਲਵ ਕੀਤਾ ਗਿਆ ਸੀ, ਅਤੇ ਉਹਦੀ ਇੱਕ ਬਕਾਇਦਾ ਕਮੇਟੀ ਬਣੀ ਸੀ, ਔਰ ਮੈਂ ਉਸ ਸਮੇਂ ਇਨਵੋਲਵ ਰਿਹਾ ਉਹਦੇ ਵਿੱਚ ਬਤੌਰ ਮੈਂਬਰ ਸੈਕਟਰੀ ਉਹਦੇ, ਅਤੇ ਐਕਸ ਡਾਇਰੈਕਟਰਸ ਵੀ ਉਹਦੇ 'ਚ ਲਿੱਤੇ ਗਏ, ਦੈਨ VC PAU ਤੋਂ ਵੀ ਕਮੈਂਟਸ ਲਿੱਤੇ ਗਏ, ਦੈਨ ਕਮਿਸ਼ਨਰ ਐਗਰੀਕਲਚਰ ਡਾਕਟਰ ਬਲਵਿੰਦਰ ਸਿੱਧੂ ਤੋਂ ਵੀ ਕਮੈਂਟਸ ਲਿੱਤੇ ਗਏ, ਔਰ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਜਾ ਕੇ, ਜਿਵੇਂ 5 ਜ਼ਿਲ੍ਹੇ ਜਾਂ 7 ਜ਼ਿਲ੍ਹੇ ਇਕੱਠੇ ਇੱਕ ਜਗ੍ਹਾ 'ਤੇ ਮੀਟਿੰਗ ਕਰ ਲੈਂਦੇ ਸੀ ਜਾ ਕੇ, ਔਰ ਉਹਦੇ 'ਚ ਬਲਾਕ ਤੱਕ ਦੇ ਰਿਪਰੈਜ਼ੈਂਟੇਟਿਵ ਸਾਡੇ ਕੋਲ ਆ ਕੇ ਆਪਣੀਆਂ ਰਿਕੁਆਇਰਮੈਂਟਸ ਔਰ ਕੀ ਇਨੋਵੇਸ਼ਨਸ ਚਾਹੀਦੀਆਂ, ਅਤੇ ਇਸ ਤਰ੍ਹਾਂ ਦੇ ਨਾਲ ਉਹ ਰਿਪੋਰਟ ਬਣੀ ਸੀ। ਉਹ ਇਟਸ ਅ ਵੈਰੀ ਕੰਪਰੀਹੈਂਸਿਵ ਰਿਪੋਰਟ। ਉਹ ਰਿਪੋਰਟ ਅਲਟੀਮੇਟਲੀ ਡਾਕਟਰ AK ਕੁੰਦਰਾ, ਜਿਨ੍ਹਾਂ ਨੂੰ ਰਿਫਾਰਮਸ ਵਾਸਤੇ ਰੱਖਿਆ ਗਿਆ ਸੀ ਉਸ ਰਿਪੋਰਟ ਤੋਂ, ਉਹਨਾਂ ਵੱਲੋਂ ਉਹਨੂੰ ਰਿਫਾਈਨ ਕਰਕੇ ਘੋਕ ਕੇ ਉਹ ਰਿਪੋਰਟ ਸਬਮਿਟ ਕੀਤੀ ਗਈ ਸੀ ਸਰਕਾਰ ਨੂੰ, ਅਤੇ ਅੱਜ ਹੀ ਮੇਰੀ ਗੱਲ ਹੋ ਰਹੀ ਸੀ, ਅਤੇ ਉਹ ਰਿਪੋਰਟ ਨੂੰ ਵੀ ਅਸੀਂ ਇੱਕ ਵਾਰੀ ਦੇਖਾਂਗੇ, ਕਰੰਟ ਰਿਪੋਰਟ ਨੂੰ ਵੀ ਅਸੀਂ ਦੇਖਾਂਗੇ, ਅਤੇ ਇੱਕ ਵਾਰੀ ਫੇਰ ਦੁਬਾਰਾ ਅਸੀਂ ਸਟੇਕ ਹੋਲਡਰਸ ਨਾਲ, ਮੇਰੀ ਬੇਨਤੀ ਉਹਨਾਂ ਨੂੰ ਆਪਣੇ ਉੱਪਰ ਹਾਇਰ ਜਿਹੜੇ ਮੇਰੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਇਹੀ ਸੀਗੀ ਵੀ ਅਸੀਂ ਇਹਨੂੰ ਇੱਕ ਓਵਰਆਲ, ਇਹ ਤਾਂ ਆ ਗਿਆ ਸਟਾਫ ਦਾ ਗੱਲ, ਅਤੇ ਪਰ ਅਸੀਂ ਰਿਫਾਰਮਸ ਇਕੱਲੇ ਸਟਾਫ ਦੇ ਨਾਲ ਨਹੀਂ ਚਾਹੁੰਦੇ, ਅਸੀਂ ਰਿਫਾਰਮਸ ਚਾਹੁੰਦੇ ਹਾਂ ਵੀ ਪੰਜਾਬ ਦੀ ਖੇਤੀ ਨੂੰ ਡਾਇਰੈਕਸ਼ਨ ਕੀ ਦੇਣੀ ਹੈ। ਅਸੀਂ ਰੀਸਟਰਕਚਰਿੰਗ ਜਿਹੜੀ ਡਿਪਾਰਟਮੈਂਟ ਦੀ ਉਸ ਐਂਗਲ ਨਾਲ ਕਰਨਾ ਚਾਹੁੰਦੇ ਹਾਂ ਬਈ ਅਸੀਂ ਪੰਜਾਬ ਨੂੰ ਆਉਣ ਵਾਲੇ 10 ਸਾਲਾਂ 'ਚ ਕਿੱਥੇ ਦੇਖਦੇ ਹਾਂ, ਔਰ ਇਹ ਐਜੀਟੇਸ਼ਨਸ ਹੁਣ ਚੱਲ ਰਹੀਆਂ, ਕਿਸਾਨ ਜਥੇਬੰਦੀਆਂ ਹੈ, ਉਹਨਾਂ ਦੀਆਂ ਜੋ ਆਪਣੀਆਂ ਮੰਗਾਂ ਹਨ ਜਾਂ ਜੋ ਉਹਨਾਂ ਦੀਆਂ ਇਸ਼ੂਜ਼ ਹਨ, ਉਹਨਾਂ ਨੂੰ ਵੀ ਅਸੀਂ ਲੈ ਕੇ ਰਿਫਾਰਮਸ ਵੱਲ ਉਹਨੂੰ ਵੀ ਨਾਲ ਲਿਆਉਣਾ ਚਾਹੁੰਦੇ ਹਾਂ, ਅਤੇ ਸਾਡੀ ਕੋਸ਼ਿਸ਼ ਇਹੀ ਰਹੇਗੀ ਵੀ ਇੱਕ ਕੰਪਰੀਹੈਂਸਿਵ ਰਿਪੋਰਟ ਬਣੇ ਤਾਂ ਕਿ ਕਿਸਾਨ ਅਤੇ ਖੇਤੀਬਾੜੀ ਵਿਭਾਗ, ਕਿਉਂਕਿ ਇਹਨਾਂ ਦਾ ਇੱਕ ਬੜਾ ਗਹਿਰਾ ਰਿਸ਼ਤਾ ਹੈ ਸ਼ੁਰੂ ਤੋਂ, ਦੋਨੋਂ ਇੱਕ ਦੂਜੇ ਬਿਨ ਅਧੂਰੇ ਚੱਲ ਰਹੇ ਹਨ, ਅਤੇ ਇਹਨਾਂ ਦੋਨਾਂ ਨੂੰ ਮਿਲ ਕੇ ਅਸੀਂ ਇੱਕ ਡਾਇਰੈਕਸ਼ਨ ਦੇਣੀ ਪਏਗੀ, ਔਰ ਪੰਜਾਬ ਦੀ ਖੇਤੀ ਨੂੰ ਅਗਰ ਨਵੀਂ ਕੋਈ ਦਿਸ਼ਾ ਦੇਣੀ ਹੈ ਅਗਰ ਅਸੀਂ, ਅਤੇ PAU
ਐਗਰੀਕਲਚਰ ਡਿਪਾਰਟਮੈਂਟ ਔਰ ਕਿਸਾਨ ਵੀਰ ਇਹਨਾਂ ਨੂੰ ਮਿਲ ਕੇ ਹੀ ਸਾਨੂੰ ਕੋਈ ਡਾਇਰੈਕਸ਼ਨ ਵੱਲ ਤੁਰਨਾ ਪਏਗਾ। ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਨਵੇਂ ਡਾਇਰੈਕਟਰ ਰਜੇਸ਼ ਵਸ਼ਿਸ਼ਟ ਹੋਣਾ ਨੇ ਪਰਾਲੀ ਬਾਰੇ ਬੜੀ ਡਿਟੇਲ ਵਿੱਚ ਦੱਸਿਆ ਵੀ ਇਹ ਸਾੜਨ ਨਾਲ ਕਿੰਨਾ ਨੁਕਸਾਨ ਹੋ ਰਿਹਾ, ਔਰ ਜੇ ਪਰਾਲੀ ਨੂੰ ਸਾੜਨ ਦੀ ਥਾਂ ਤੇ ਇਹਨੂੰ ਵਾਹ ਦਿੱਤਾ ਜਾਵੇ ਜ਼ਮੀਨ ਵਿੱਚ ਤੇ ਉਹਦੇ ਨਾਲ ਕਿੰਨਾ ਲਾਭ ਹੋ ਸਕਦਾ। ਇਸ ਤੋਂ ਇਲਾਵਾ ਇੱਕ ਚੰਗੀ ਸੰਕੇਤ ਦਿੱਤਾ ਹੈ ਡਾਇਰੈਕਟਰ ਖੇਤੀਬਾੜੀ ਨੇ ਵੀ ਜਿਹੜੀ ਇੱਕ ਖੇਤੀਬਾੜੀ ਵਿਭਾਗ ਦੀਆਂ ਪੋਸਟਾਂ ਪਰ ਵੱਡੇ ਪੱਧਰ ਤੇ ਕੱਟ ਲਾਇਆ ਸੀ ਉਹਨੂੰ ਰਿਵਿਊ ਵੀ ਕੀਤਾ ਜਾ ਸਕਦਾ। ਸੋ ਅਸੀਂ ਆਸ ਕਰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਪਰਾਲੀ ਦਾ ਮੁੱਦਾ ਜਿਹੜਾ ਆ ਪੰਜਾਬ ਸਰਕਾਰ ਚੰਗੇ ਢੰਗ ਨਾਲ ਹੱਲ ਕਰ ਸਕੇ ਜੀ। ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਤਰਲੋਚਨ ਸਿੰਘ, PTC ਨਿਊਜ਼, ਚੰਡੀਗੜ੍ਹ।